ਅਕਾਲ ਜੀ। ਗੁਰੂ ਗ੍ਰਾਮ ਡਿਗਰੀ ਕਾਲਜ ਚੱਕ 5 ਵੀਲਮ ਸ਼੍ਰੀ ਵਿਜੇਨਗਰ ਦੇ ਇਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਅਮਨਦੀਪ ਕੌਰ ਹਾਜ਼ਰ ਹਾਂ ਜੀ BA ਫਸਟ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ। ਸਾਡੀ ਇਸ ਚੱਲ ਰਹੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ, ਉਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ। ਪਿਛਲੀ ਕਲਾਸ ਦੇ ਵਿੱਚ ਅਸੀਂ ਜਿਹੜੀ ਤੁਹਾਡੀ ਕੀਤੀ ਸੀ ਉਸ ਦੇ ਵਿੱਚ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਤੁਹਾਡੇ ਸਾਹਮਣੇ ਲੈ ਕੇ ਆਏ ਸੀ ਜੀ, ਹੋਰ ਦੂਜੀ ਆਸ ਝੁਕਾਈ, ਜਿਹਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੱਲ ਕੀਤੀ ਸੀ ਕਿ ਮੇਰਾ ਸਿਰਫ ਤੇ ਸਿਰਫ ਇੱਕੋ ਇੱਕ ਭਰੋਸਾ ਮੇਰੇ ਪਰਮਾਤਮਾ ਤੇ ਹੈ। ਪਰਮਾਤਮਾ ਜਿਸ ਦੀ ਸਿੱਖਿਆ ਮੈਨੂੰ ਮੇਰੇ ਗੁਰੂ ਦੇ ਦੁਆਰਾ ਪ੍ਰਾਪਤ ਹੋਈ ਹੈ, ਜਦੋਂ ਮੈਨੂੰ ਮੇਰਾ ਸਤਿਗੁਰ ਸੱਚਾ ਸਤਿਗੁਰ ਪ੍ਰਾਪਤ ਹੋ ਗਿਆ ਤਾਂ ਉਸ ਦੇ ਦੁਆਰਾ ਦਿੱਤੀ ਹੋਈ ਸਿੱਖਿਆ ਤੋਂ ਹੀ ਮੈਨੂੰ ਪਰਮਾਤਮਾ ਦੀ ਸੋਝੀ ਪ੍ਰਾਪਤ ਹੋਈ ਹੈ। ਸੋ ਹੁਣ ਮੇਰਾ ਜਿਹੜਾ ਭਰੋਸਾ ਹੈ ਉਹ ਪਰਮਾਤਮਾ ਤੇ ਬਣ ਚੁੱਕਾ ਹੈ। ਉਹ ਪਰਮਾਤਮਾ ਤੋਂ ਬਿਨਾ ਮੈਂ ਹੋਰ ਕੋਈ ਦੂਸਰੀ ਆਸ ਜਿਹੜੀ ਹੈ ਉਸ ਵੱਲ ਤੱਕਣਾ ਹੀ ਨਹੀਂ ਚਾਹੁੰਦਾ। ਉਹ ਪਰਮਾਤਮਾ ਜਿਸ ਨੇ ਕਿ ਮੈਨੂੰ ਤ੍ਰਿਸ਼ਨਾ ਦੀ ਮਹਾ ਅਗਨ ਦੇ ਤੋਂ ਜਿਹੜੀਆਂ ਮੇਰੇ ਮਨ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤ੍ਰਿਸ਼ਨਾਵਾਂ ਪੈਦਾ ਹੁੰਦੀਆਂ ਹਨ, ਮੈਂ ਉਹਨਾਂ ਤ੍ਰਿਸ਼ਨਾਵਾਂ ਦੇ ਚੱਕਰ ਦੇ ਵਿੱਚ ਫਸਿਆ ਹੋਇਆ ਪਰਮਾਤਮਾ ਨੂੰ ਭੁੱਲ ਚੁੱਕਾ ਸਾਂ। ਕਹਿੰਦੇ ਮੈਨੂੰ ਉਸ ਤ੍ਰਿਸ਼ਨਾ ਦੀ ਮਹਾ ਅਗਨ ਤੋਂ ਮੇਰੇ ਪਰਮਾਤਮਾ ਨੇ ਮੈਨੂੰ ਆਪ ਹੱਥ ਦੇ ਕੇ ਰੱਖ ਲਿਆ ਹੈ ਤੇ ਉਹ ਹੀ ਪਰਮਾਤਮਾ ਮੇਰਾ ਸਹਾਰਾ ਹੈ, ਮੇਰਾ ਆਸਰਾ ਹੈ। ਮੈਂ ਉਸ ਤੋਂ ਬਗੈਰ ਹੋਰ ਕੋਈ ਦੂਸਰੀ ਆਸ ਜਿਹੜੀ ਹੈ ਉਹ ਨਹੀਂ ਤੱਕੀ ਹੋਈ ਹੈ। ਮੈਂ ਪਰਮਾਤਮਾ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ ਹੈ ਤੇ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਉਹ ਮੇਰੇ ਅੰਦਰ ਵਸਦਾ ਹੈ। ਮੇਰੇ ਅੰਦਰ ਦੀ ਜੋ ਵੀ ਮੇਰੇ ਮਨ ਵਿੱਚ ਚੱਲ ਰਿਹਾ ਹੈ, ਮੇਰੇ ਅੰਦਰ ਦੀ ਜੋ ਹਾਲਤ ਹੈ ਉਸ ਨੂੰ ਉਹ ਪਰਮਾਤਮਾ ਆਪ ਹੀ ਸਮਝਣ ਵਾਲਾ ਹੈ, ਉਹ ਆਪ ਹੀ ਜਾਣਨ ਵਾਲਾ ਹੈ। ਸੋ ਕਹਿੰਦੇ ਮੇਰਾ ਤਾਂ ਸਿਰਫ ਤੇ ਸਿਰਫ ਭਰੋਸਾ ਹੀ ਉਸ ਸੱਚੇ ਪਰਮਾਤਮਾ ਤੇ ਬਣਿਆ ਹੋਇਆ ਹੈ। ਮੈਨੂੰ ਸਿਰਫ ਇੱਕ ਉਸ ਦਾ ਹੀ ਆਸਰਾ ਹੈ, ਇੱਕ ਉਸ ਦਾ ਹੀ ਭਰੋਸਾ ਹੈ ਜਿਸ ਨੇ ਮੈਨੂੰ ਮਹਾ ਅਗਨ ਤ੍ਰਿਸ਼ਨਾ ਦੀ ਮਹਾ ਅਗਨ ਤੋਂ ਰੱਖਿਆ ਹੈ ਤੇ ਮੈਨੂੰ ਮੋਹ ਮਾਇਆ ਦੇ ਜਿਹੜੇ ਬੰਧਨ ਹਨ, ਜਿਹੜੇ ਇਹ ਵਿਕਾਰ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਜਿਹੜੇ 5 ਵਿਕਾਰ ਮੇਰੇ ਅੰਦਰ ਪੈਦਾ ਹੋ ਚੁੱਕੇ ਸਨ, ਉਹਨਾਂ ਵਿਕਾਰਾਂ ਦਾ ਨਾਸ਼ ਮੈਨੂੰ ਜਿਹੜਾ ਹੈ ਮੇਰੇ ਅੰਦਰੋਂ ਮੇਰੇ ਪਰਮਾਤਮਾ ਨੇ ਕਰ ਦਿੱਤਾ ਹੈ ਤੇ ਮੈਨੂੰ ਮਾਇਆ ਦੇ ਮੋਹ ਜਾਲ ਦੇ ਵਿੱਚੋਂ ਵੀ ਆਪ ਹੀ ਉਸਨੇ ਹੱਥ ਦੇ ਕੇ ਕੱਢ ਲਿਆ ਹੈ। ਸੋ ਮੈਨੂੰ ਤ੍ਰਿਸ਼ਨਾ ਦੀ ਮਹਾ ਅਗਨ ਤੋਂ ਬਚਾਉਣ ਵਾਲਾ ਵੀ ਉਹ ਪਰਮਾਤਮਾ ਹੈ ਤੇ ਮੋਹ ਮਾਇਆ ਦੇ ਬੰਧਨ ਮੇਰੇ ਕੱਟਣ ਵਾਲਾ ਵੀ ਉਹ ਆਪ ਹੀ ਹੈ ਤੇ ਮੈਨੂੰ ਵਿਕਾਰਾਂ ਦੀ ਜਿਹੜੇ ਮੇਰੇ ਅੰਦਰ ਵਿਕਾਰ ਪੈਦਾ ਹੋਏ ਸਨ ਉਹਨਾਂ ਤੋਂ ਮੇਰੀ ਰੱਖਿਆ ਕਰਨ ਵਾਲਾ ਵੀ ਸਦਾ ਉਹ ਪਰਮਾਤਮਾ ਆਪ ਹੀ ਹੈ। ਸੋ ਮੇਰਾ ਜਿਹੜਾ ਹੈ ਮਾਣ ਤਾਣ, ਮੇਰਾ ਸਹਾਰਾ, ਮੇਰਾ ਆਸਰਾ ਉਹ ਪਰਮਾਤਮਾ ਹੀ ਹੈ। ਮੈਂ ਸਿਰਫ ਤੇ ਸਿਰਫ ਉਸ ਦੇ ਉੱਤੇ ਹੀ ਭਰੋਸਾ ਕੀਤਾ ਹੈ ਤੇ ਉਸ ਦੇ ਭਰੋਸੇ ਹੀ ਮੈਂ ਇਸ ਸੰਸਾਰ ਸਮੁੰਦਰ ਤੋਂ ਤਰਨ ਵਾਲਾ ਬਣ ਚੁੱਕਿਆ ਹਾਂ ਤੇ ਇੱਕ ਪਰਮਾਤਮਾ ਤੇ ਭਰੋਸਾ ਕਰਕੇ ਹੀ ਉਸ ਦੀ ਬੰਦਗੀ ਕਰਨ ਤੋਂ ਬਾਅਦ ਮੈਂ ਹੋਰ ਕੋਈ ਦੂਸਰੀ ਆਸ ਜਿਹੜੀ ਹੈ ਉਹ ਨਹੀਂ ਤੱਕੀ ਹੋਈ। ਸੋ ਇਸ ਪਰਮਾਤਮਾ ਦੀ ਸੋਝੀ ਮੈਨੂੰ ਸਿਰਫ ਤੇ ਸਿਰਫ ਸਤਿਗੁਰੂ ਦੀ ਸਿੱਖਿਆ ਦੇ ਦੁਆਰਾ ਹੀ ਪ੍ਰਾਪਤ ਹੋਈ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਸਨ, ਭਾਵ ਸਨ, ਉਹਨਾਂ ਨੇ ਸਾਨੂੰ ਦੱਸੇ ਸਨ। ਸਾਡੀ ਜਿਹੜੀ ਅਸੀਂ ਪਿਛਲੀ ਕਲਾਸ ਦੇ ਵਿੱਚ ਤੁਹਾਡਾ ਸ਼ਬਦ ਕੀਤਾ ਹੈ ਹੋਰ ਦੂਜੀ ਆਸ ਝੁਕਾਈ। ਕਹਿੰਦੇ ਹੋਰ ਦੂਜੀ ਆਸ ਝੁਕਾਈ ਕਿ ਮੈਨੂੰ ਹੋਰ ਕੋਈ ਦੂਸਰੀ ਆਸ ਦੀ ਜਿਹੜੀ ਹੈ ਲੋੜ ਹੀ ਨਹੀਂ ਹੈ। ਪਰਮਾਤਮਾ ਤੇਰੇ ਤੋਂ ਬਗੈਰ ਮੈਨੂੰ ਹੋਰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਸੋ ਅੱਜ ਦੀ ਜਿਹੜੀ ਕਲਾਸ ਹੈ ਉਸ ਦੇ ਵਿੱਚ ਅਸੀਂ ਜਿਹੜਾ ਤੁਹਾਡਾ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਜੀ ਉਹ ਹੈ ਸਾਹਿਬ ਮੇਰਾ ਮਿਹਰਬਾਨ। ਬਹੁਤ ਹੀ ਸੋਹਣਾ ਸ਼ਬਦ ਜਿਸ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੀ ਸਿਫਤ ਸਲਾਹ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਾਡੇ ਸਾਹਮਣੇ ਜਿਹੜਾ ਪੇਸ਼ ਕਰਦੇ ਹੋਏ ਉਸ ਪਰਮਾਤਮਾ ਦੀ ਬੰਦਗੀ ਕਰਨ ਦੀ ਸਿੱਖਿਆ ਸਾਨੂੰ ਜਿਹੜੀ ਦਿੱਤੀ ਹੈ। ਇਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਮੇਰਾ ਸਾਹਿਬ, ਮੇਰਾ ਪਰਮਾਤਮਾ, ਮੇਰਾ ਪ੍ਰਭੂ ਪਤੀ ਪ੍ਰੀਤਮ ਸਦਾ ਹੀ ਮੇਰੇ ਉੱਤੇ ਮਿਹਰ ਕਰਨ ਵਾਲਾ ਹੈ, ਸਦਾ ਹੀ ਸਭ ਦੇ ਉੱਤੇ ਮਿਹਰ ਕਰਨ ਵਾਲਾ ਹੈ। ਉਹ ਸਦਾ ਹੀ ਦਇਆਵਾਨ ਹੈ, ਸਭ ਦੇ ਉੱਤੇ ਮਿਹਰ ਕਰਦਾ ਹੈ ਤੇ ਕਹਿੰਦੇ ਉਹ ਸਦਾ ਦਿਆਲਾ ਰਿਹਾ ਹੈ। ਇਨਸਾਨ ਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜਿਸ ਪਰਮਾਤਮਾ ਨੇ ਉਸ ਇਨਸਾਨ ਨੂੰ ਪੈਦਾ ਕੀਤਾ ਹੈ ਉਹ ਉਸ ਦੀ ਜਿਹੜੀ ਸਾਥ ਜ਼ਰੂਰ ਰੱਖਦਾ ਹੈ, ਉਹ ਹੀ ਉਸ ਦਾ ਪਾਲਣ ਪੋਸ਼ਣ ਕਰਦਾ ਹੈ,
ਉਹ ਹੀ ਉਸ ਦੀ ਸਾਰ ਆਪ ਹੀ ਲੈਂਦਾ है। सो ਜਿਹੜਾ परमात्मा ਕਹਿੰਦੇ सदा ही सब ਦੇ ਉੱਤੇ ਮਿਹਰ ਕਰਨ ਵਾਲਾ दयावान है। सो इस तरह ਦੇ ਜਿਹੜੇ शब्द ਅੱਜ ਦਾ ਜਿਹੜਾ ਸਾਡਾ शब्द है ਉਹਦੇ ਵਿੱਚ ਜਿਹੜੇ श्री गुरु अर्जन देव जी ने ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ है। सो ਹੁਣ ਚੱਲਾਂਗੇ जी अपने शब्द ਦੇ ਵੱਲ ਤੇ ਨਾਲ ਦੀ ਨਾਲ ਅਸੀਂ ਉਹਦੀ ਪ੍ਰਸੰਗ ਸਹਿਤ ਵਿਆਖਿਆ ਵੀ ਕਰਾਂਗੇ। ਪਹਿਲਾਂ ਆਪਾਂ ਸ਼ਬਦ ਲਿਖਦੇ ਹਾਂ ਬਲੈਕ ਬੋਰਡ ਤੇ, ਨਾਲ ਉਹਨੂੰ ਪੜਾਂਗੇ ਤੇ ਨਾਲ ਦੀ ਨਾਲ ਉਸਦੀ ਫਿਰ ਪ੍ਰਸੰਗ ਸਹਿਤ ਵਿਆਖਿਆ ਵੀ ਕਰਾਂਗੇ। ਬਲੈਕ ਬੋਰਡ ਤੇ ਲਿਖਿਆ ਹੋਇਆ ਸ਼ਬਦ ਜ਼ਰੂਰ ਇੱਕ ਵਾਰ ਰੀਡ ਕਰਨ ਦੀ ਕੋਸ਼ਿਸ਼ ਆਪ ਕਰਿਆ ਕਰੋ। ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਉਸੇ ਤਰ੍ਹਾਂ ਜੇਕਰ ਤੁਸੀਂ ਆਪ बोल के देखोगे तो तुहाडी जिहड़ी गुरबाणी आ वो तुहाडी जिहड़ी जबान तो निकलनी शुरू हो जाएगी। सो जिहड़ी गुरबाणी आ औखी नहीं है, इनू पढ़ना सौखा है, पर कोशिश करो कि जब तुसीं इसनूं आप पढ़ोगे ये शब्द बोल के देखोगे तो ये तुहाडे मूँहों अपने आप ही निकलनी शुरू हो जाएगी। सो जिस तरह बोलते हो उस तरह ही लिखो, सही बोलो। सो चलते हैं जी अपने शब्द के वाल की कह रहे हैं श्री गुरु अर्जन देव जी साडे इस शब्द दे विच कहंदे मेहरबान साहिब मेरा, मेहरबान साहिब मेरा, मेहरबान साहिब मेरा, मेहरबान कहते साहिब मेरा, मेहरबान तीन बार लिखते हैं जी। ओके, सगल जीव को दे दान, सगल जी सगल को जी सगल को दे दान, रहाओ तू कांठे डोले प्राणियां, तू काहे डोले प्राणियां, तू काहे डोले प्राणियां, तुद रखेगा सिरजनहार, तुद रखेगा सिरजनहार, तुद रखेगा सिरजनहार, जिन पैदाइश तू किया, जिन पैदाइश जिन पैदाइश तू किया सोई दे आधार, सोई दे आधार, हाँ जी पहला आप जिक्र करेंगे। कहते मेहरबान साहिब मेरा, मेहरबान साहिब मेरा, मेहरबान जी सगल को दे दान, रहाओ तू काहे डोले प्राणियां, तुद राखेगा सिरजनहार, जिन पैदाइश तू किया सोई दे आधार। सो इत्थे कहते हैं कि मेरा जिहड़ा परमात्मा है, मेरा जिहड़ा प्रभुपति प्रीतम है, मेरा परमात्मा सदा ही सब दे उत्ते मेहर करन वाला है। सो मेरा जिहड़ा परमात्मा है वो सदा ही सारियां दे उत्ते मेहर करन वाला है। वो सदा ही कहते जी सगल को दे दान, पहला उन्होंने 3 बार लिखा जी कि मेरा परमात्मा सारियां दे उत्ते मेहर करन वाला है, मेरा जिहड़ा प्रभुपति प्रीतम है सदा ही दयावान है।
सारिਆਂ ਦੇ ਉੱਤੇ दया करन वाला है, सारिਆਂ ਦੇ ਉੱਤੇ ਮਿਹਰ ਕਰਨ वाला है। सो सारे दे सारे जिहड़े जीव हन, कहते सारे दे सारे जीवां नूं हर प्रकार का दान देण वाला, सगल जी सगल को देओ दान रहाओ। कहते सारे दे सारे जिहड़े जीव हन उन्हां नूं दान देण वाला, सारे दे सारे जीवां नूं हर प्रकार का दान देण वाला मेरा प्रभु पति प्रीतम आप ही है, जो सदा ही सारिਆਂ ਦੇ ਉੱਤੇ ਮਿਹਰਬਾਨ ਰਹਿੰਦਾ है, दयावान रहता है। ਉਹ ਸਾਰੇ ਦੇ ਸਾਰੇ ਜੀਵਾਂ ਨੂੰ ਹਰ ਪ੍ਰਕਾਰ ਦਾ ਜੀਵਨ ਦਾਨ ਦੇਣ ਵਾਲਾ ਆਪ ਉਹ ਪਰਮਾਤਮਾ ਆਪ ਹੀ है। तू काहे डोले प्राणियां तुद राखेगा सिरजनहार। फिर मनुख तैनू किस गल दी घबराउण दी लोड़ है। फिर हे मनुख, हे इंसान, हे मनुख, तू किस गल तो घबरा रहा है, जदों तैनू पता है कि जिहड़ा तेरा परमात्मा है वो सदा दयावान है, सारिਆਂ ਦੇ उत्ते मिहर करन वाला है, वो हर एक नूं जीवन दान देण वाला है। फिर तू किस गल तो घबरा रहा है, तैनू किसी गल तो भी घबराउण दी लोड़ नहीं है। सो मनुख तैनू किसी प्रकार दा दी कोई किसी चीज़ तो डोलन दी लोड़ नहीं है, घबराउण दी लोड़ नहीं है। फिर तू क्यों अपना जिहड़ा विश्वास है उसनू डोला रहा है, तेरे अंदर किस गल का डर है, तू क्यों किसी चीज़ तो डोल रहा है, जबकि तैनू पता है कि तेरा परमात्मा सारिਆਂ ਦੀ रक्षा करने वाला है, सबनों जीवन दान देने वाला है। सो फिर हे मनुख तैनू किसी गल तो घबराउण की लोड़ नहीं है, डरन की लोड़ नहीं है, डोलण की लोड़ नहीं है, जदों कि तैनू पता है कि तैनू ओ सिरजनहार परमात्मा जिसने इस संसार विच हर एक नूं पैदा किया है, जिसने इस संसार नूं बनाया है, इसकी सिरजना की है, जद तैनू पता है कि वह सिरजनहार परमात्मा सब की रक्षा करने वाला है, हर एक दे दिल की सार जानता है, फिर तू जिहड़ा है क्यों घबरा रहा है। सो तैनू किसी गल तो डोलन की लोड़ नहीं है, क्यों? क्योंकि तेरी भी रक्षा वो सिरजनहार परमात्मा आप ही करेगा। सो जिन पैदाइश तू किया सोई दे आधार। सो जिस परमात्मा ने तैनू पैदा किया है, जिस परमात्मा ने जिस प्रभुपति परमात्मा ने तैनू पैदा किया है, सो ओ ही तेरा आसरा बनेगा, तेरा आधार बनेगा, तेरी सार लवेगा, तेरा आसरा जिहड़ा है बन जाएगा। सो इस करके तैनू किसी गल की जिहड़ी तो डरन की लोड़ नहीं है, ना तैनू किसी गल तो घबराना चाहिए है, ना डोलना चाहिए है। जिस परमात्मा ने इस सृष्टि की सिरजना की है, सारे जीवां नूं बनाया है, उसने तैनू भी इस संसार दे विच पैदा किया है, जिसने फिर तैनू पैदा किया है, सो ओ ही तैनू जिहड़ा तेरी रक्षा भी करेगा, तेरा आसरा भी ओ ही बनेगा, ओ ही तेरे जीवन का सहारा भी बनेगा। सो तैनू जिहड़ा किसी गल तो घबराउण की लोड़ नहीं है, क्यों? क्योंकि जिहड़ा मेरा परमात्मा है वह सदा ही मेहरबान है, हर एक उत्ते दया करने वाला है, वो आप सदा दयावान है, सब दे उत्ते दया करता है, मेहरबान है। वो तेरी भी जिहड़ी सार जरूर जिहड़ा लवेगा, तेरा भी आसरा वो परमात्मा ही बनेगा। सो ये सीगा जी साडा पहला पैरा। हुण आपां चलदे हां दूसरे पैरे वाल। पहला आपां दूसरा पैरा वो लिखांगे। सो देखते हैं जी दूसरा पैरा। सो चलते हैं जी अपने दूसरे पैरे वाल। की कह रहे हैं दूसरे पैरे में श्री गुरु अर्जन देव जी कहते जिन्हों उपाई मेदनी, जिन उपाई मेदनी, जिन उपाई मेदनी सोई करदा सार, सोई करदा सार
दिलां दा घट घट मालक दिलां दा सच्चा परवरदिगार सच्चा परवरदिगार कुदरत कीम न जानिए कुदरत कीम न जानिए कुदरत कीम न जानिए वड्डा बेपरवाह कुदरत कीम न जाने वड्डा बेपरवाह कर बंदे तू बंदगी जीचर घट मैं सा तू समर्थ अगोचर अगर तू समर्थ अकथ अगोचर जियो पिंड तेरी रास रहम तेरी सुख पाया रहम तेरी सुख पाया सदा नानक की अरदास हाँ जी की कह रहे हैं श्री गुरु अर्जन देव जी कहते जिन्हों पाई मेदनी सोई करता सार मेदनी मतलब धरती कहते जिसने इस धरती नू बनाया है इस संसार नू बनाया है वो ही इस संसार की देख रेख भी करता है वो ही इस संसार की सार लेंदा है वो ही इस संसार की देख रेख भी आप ही करता है कट मालक दिलां दा सच्चा परवरदिगार कहते ओ जिहड़ा परमात्मा सब दे दिलां दे विच वसदा है सारियां दे दिलां दी जानदा है वो परमात्मा सब दे अंदर वसदा है सब दे दिल दी जिहड़ी गल है उसनू जानदा है कहते ओ सच्चा परमात्मा परवरदिगार है जो कि सब दे दिलां दी जानदा है घट मालक कहते ओ सृष्टि दे घट विच वस रहा है वो इस संसार दे कण विच वसदा है ते हर एक मनुख के दिल की जिहड़ी गल है उसनू जानन वाला सच्चा परवरदिगार परम परमेश्वर प्रभुपति परमेश्वर ओ आप ही है कुदरत कीम न जानिए वड्डा बेपरवाह फिर कहते जिहड़ा परमात्मा है जिहड़ा उस जो कि सब दी पालना करने वाला है पालनहार है जो सब दे दिल की गल जानता है इस संसार विच वसदा है ते जिसने ही इस संसार नू इस धरती नू बनाया है कहते वो सदा ही कायम रहन वाला परमात्मा है प्रभुपति प्रीतम है सदा कायम रहन वाला है पालनहार है सो सारियां दे दिल की जिहड़ी गल है वो जानता है जिहड़ी ये सारी दी सारी जिहड़ी कुदरत है जो कि कुदरत कीम ना जानिए कहते जो ये अमुल्ली कुदरत है जिस कुदरत का कोई भी मुल नहीं है इस अमुल्ली कुदरत नू कहते वो आप ही परमात्मा ने बनाया है एक जिहड़ी अमुल्ली कुदरत है जो कि एक वड्डी शक्ति है कुदरत कीम ना जानिए वड्डा बेपरवाह कहते जो एक बहुत वड्डी परमात्मा जो एक बहुत वड्डी शक्ति है कहते जो
जिसनों किसी दी कोई भी मोहताजी नहीं है, जो कहते वो बेपरवाह है, वो किसी दी उसनों किसी दी मोहताजी नहीं है, कहते उसनों किसी दी परवाह नहीं है, किसी दी मोहताजी नहीं है, वो बेपरवाह पर है, कहते जो कि सदा ही इस संसार दे विच रहन वाला है। परमात्मा जिसने इस धरती नूं बनाया है वो ही इस संसार की सार जानता है, कहते वो हर घट घट विच वसदा है, वो संसार दे विच हर जगह ते कायम है, वो सारियां दे विच वसदा है, सदा कायम रहन वाला है, सब दी दिल दी जानदा है, कहते वो आप ही सारियां दी पालना करने वाला है, पालनहार है। इस अमुल्य कुदरत दी जिसने कहते जिहड़ी है परमात्मा दी जिहड़ी ये कुदरत है वो अमुल्य है, कहते ये एक वड्डी शक्ति है, कहते इस परमात्मा जो कि एक बहुत वड्डी शक्ति है, उसनों किसी दी परवाह नहीं है, किसी दी मोहताजी नहीं है, वो बेपरवाह है ते सब दे अंदर दी जानदा है। कर बंदे तू बंदगी जिचर कट मैं सा, कहते हे मनुख जिन्ना चिर तेरे शरीर दे अंदर साह हन उन्ना चिर तेनों उस परमात्मा की जिहड़ी बंदगी है उसके नाम का सिमरन है वो कर लेना चाहिए है। जिन्ना चिर तेरे अंदर साह हन, तेरे शरीर दे विच साह चल रहे हैं, उन्ना चिर तेनों उस परमात्मा की जिहड़ी बंदगी है भगती है वो कर लैनी चाहिए है। तू समरथ अकथ अगोचर जियो पिंड सब तेरी रास, ओ परमात्मा कहते जो के ओ परमात्मा जो के जड़ा सारियां नूं बनाउण दी समर्था रखता है, ओ परमात्मा कहते जो सब ताकतां दा मालक है, जिस दे कोले सारियां दी सारियां ही ताकतां हन। सो कहते उस दी जिहड़ी सिफत है अकथ, कहते वो सारियां ही ताकतां दा मालक है, समर्थ है, सारियां ही ताकतां उसके हथ विच हन, सारियां ताकतां दा वो आप मालक है, अकथ है। उस दी सिफत सलाह जिहड़ी है मनुख दे कोलों नहीं की जा सकती, मनुख की इन्नी हिम्मत ही नहीं है कि उसकी सिफत सलाह जिहड़ी है वो कर सके। सो कहते वो जड़ा जिसकी सिफत दे विच जो कुछ भी कहा जाए वो सदा घट ही रहिंदा है। वो परमात्मा जो सब ताकतां दा मालक है, जिस दी सिफत दे विच जिहड़ा भी शब्द कहा जाए वो थोड़ा ही रह जाता है। सो कहते अगोचर कहते जिहड़ा कि मनुख दियां ज्ञान इंद्रियां दी पहुँच तो परे है, जो कहते परमात्मा जो हर एक शक्ति का मालक है, अकथ है, अगोचर है, कहते जियो पिंड सब तेरी रास। ये परमात्मा अजिहे परमात्मा दे अगे जिहड़ी अरदास करते हैं कि ये परमात्मा ये मेरा जिहड़ा शरीर है ये सब तेरा ही बनाया होया है, मैनू इस संसार दे विच पैदा करने वाला भी तू ही है, मैनू तू ही जिहड़े संसार दे विच भेजिया है ते तू ही मैनू जिहड़ा जीवन दान दिता है। सो तू ही मेरा सब तो वड्डा जिहड़ा सहारा है, कहते जेकर तू मेरे उत्ते हरम तेरी सुख पाई है, जे कहते तेरी रहमत मेरे उत्ते हो जावे, हे परमात्मा जे तेरी मेहर दी निगाह मेरे उत्ते हो जावे, जे तेरी रहमत मेरे उत्ते हो जावे तां ही मैनू जिहड़ी सुखां दी प्राप्ति है वो हो सकती है। सो मैं तेरे अगे अरदास बेनती करता हाँ कि तू अपनी जिहड़ी मेहर दी निगाह मेरे उत्ते बनाई रखी तां जो मैनू संसारिक सुखां दी जिहड़ी प्राप्ति है वो हो सके ते इन्हां सुखां दे नाल नाल मैनू तेरा ज्ञान प्राप्त हो जावे, जिस ज्ञान दे नाल जिहड़ा मेरा परमात्मा तेरे नाल मिलाप जिहड़ा है वो हो जावे। सो मैं तेरे अगे अरदास बेनती करदा हाँ कि मेरे उत्ते सदा ही अपनी मेहर की जिहड़ी निगाह है उसनूं बनाई रखी। सो ये सीगा जी साडा अज दा शब्द श्री गुरु अर्जन देव जी ने लिखा होया साहिब मेरा मेहरबान, जिस दे विच उन्हां श्री गुरु अर्जन देव जी ने बहुत ही सोहने ढंग दे नाल परमात्मा दे मेहरबान होण दयावान होण
ਤੇ ਇਸ ਸੰਸਾਰ ਦਾ ਸਿਰਜਣਹਾਰ ਹੋਣ ਦੀ ਜਿਹੜੀ ਗੱਲ ਹੈ ਕੀਤੀ ਹੈ ਕਿ ਪਰਮਾਤਮਾ ਨੇ ਹੀ ਇਸ ਸੰਸਾਰ ਨੂੰ ਪੈਦਾ ਕੀਤਾ ਹੈ। ਉਹ ਇਸ ਸੰਸਾਰ ਦੀ ਸਾਰ ਆਪ ਹੀ ਜਾਣਦਾ ਹੈ। ਸੋ ਮਨੁੱਖ ਜਿਸ ਨੇ ਤੈਨੂੰ ਬਣਾਇਆ ਹੈ, ਜੋ ਤੇਰੀ ਸਾਰ ਆਪ ਹੀ ਲੈਂਦਾ ਹੈ, ਸੋ ਤੈਨੂੰ ਉਸ ਤੇ ਸਦਾ ਹੀ ਭਰੋਸਾ ਰੱਖਣਾ ਚਾਹੀਦਾ ਹੈ ਤੇ ਤੈਨੂੰ ਕਿਸੇ ਗੱਲ ਤੋਂ ਡੋਲਣਾ ਨਹੀਂ ਚਾਹੀਦਾ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਜਿਹੜੇ ਭਾਵ ਸਨ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੋ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਤੁਸੀਂ ਆਪਣੀ ਕਾਪੀਆਂ ਤੇ ਕੇਂਦਰੀ ਭਾਵ ਤੇ ਸਾਰ ਜ਼ਰੂਰ ਜਿਹੜਾ ਹੈ ਨੋਟ ਕਰਕੇ ਰੱਖਿਓ ਤਾਂ ਜੋ ਤੁਹਾਡੀ ਐਗਜ਼ਾਮ ਟਾਈਮ ਮਦਦ ਹੋ ਜਾਵੇ, ਕਿਉਂਕਿ ਕੇਂਦਰੀ ਭਾਵ ਤੇ ਸਾਰ ਤੁਹਾਨੂੰ ਜ਼ਰੂਰ ਲਿਖਣੇ ਆਉਣਗੇ। ਪ੍ਰਸੰਗ ਸਤ ਵਿਆਖਿਆ, ਕੇਂਦਰੀ ਭਾਵ, ਸਾਰ, ਇਹ ਤਿੰਨੋਂ ਹੀ ਕੁਐਸਚਨ ਜਿਹੜੇ ਆ ਉਹ ਤੁਹਾਨੂੰ ਤੁਹਾਡੀਆਂ ਇਹਨਾਂ ਰਚਨਾਵਾਂ ਦੇ ਵਿੱਚੋਂ, ਸ਼ਬਦਾਂ ਦੇ ਵਿੱਚੋਂ ਹੀ ਆਉਣਗੇ। ਸੋ ਇਹ ਤਿੰਨੇ ਚੀਜ਼ਾਂ ਹੀ ਆਪਣੀ ਕਾਪੀ ਵਿੱਚ ਨੋਟ ਕਰਕੇ ਰੱਖਿਆ ਕਰੋ। ਸੋ ਅੱਜ ਦੀ ਜਿਹੜੀ ਕਲਾਸ ਹੈ ਉਹ ਇੱਥੇ ਹੀ ਸਮਾਪਤ ਹੋ ਕਰਦੇ ਹਾਂ ਜੀ। ਮਿਲਦੇ ਹਾਂ ਸਾਡੀ ਅਗਲੀ ਕਲਾਸ ਦੇ ਵਿੱਚ। ਧੰਨਵਾਦ ਜੀ।